ਚੰਡੀਗੜ੍ਹ ਪੁਲਿਸ ਨੇ ਇੱਕ ਅਜਿਹੇ ਦਰਿੰਦੇ ਨੂੰ ਫੜਿਆ ਹੈ ਜੋ ਪਿਛਲੇ 1 ਸਾਲ ਤੋਂ 11 ਸਾਲ ਦੀ ਬੱਚੀ ਦੇ ਨਾਲ ਜ਼ਬਰਦਸਤੀ ਨਜਾਇਜ਼ ਸੰਬੰਧ ਬਣਾ ਰਿਹਾ ਸੀ। ਬੱਚੀ ਬਿਹਾਰ ਦੇ ਮਟਿਹਾਰੀ ਦੀ ਰਹਿਣ ਵਾਲੀ ਹੈ। मूल कोई पुलिस की गिरफ्त च आए इस शख्स नूं पुलिस ने जिन्हां इल्जामां तहत गिरफ्तार किया है वो इंसानियत नूं शर्मसार करने वाले ने। इस ते इल्जाम ने एक नाबालग कुड़ी नाल बलात्कार दे। पीड़ित कुड़ी बिहार की रहने वाली है तो शहर विच बेसहारा सी, जिसका फायदा इस शख्स ने चुकया पर हुणे पहुंच चुका है अपने अंजाम ते। नहीं जी, हमारे पास एक इन्फॉर्मेशन थी जिसके चाइल्ड हेल्पलाइन पे बेसिकली कि 11 साल की बच्ची है, किसी को एक हाउस नंबर 248 बहलाना में कोई उसको तंग कर रहा है या उसका फिजिकल एक्सप्लॉयटेशन हो रही है। तो उसको फर्दर वेरीफाई करने पे हमें पता चला कि एक बचित्र सिंह नाम का लड़का है जो बहलाना में ही रहता है और वो उसको पिछले 1 साल से उसका शोषण कर रहा है। औरतां दी सुरक्षा बेशक एक वड्डा मुद्दा है ते लगातार चर्चा च है, पर मुल्क की अद्धी आबादी अज भी ना घर की चार दीवारी ते ना ही घर के बाहर महफूज है। रविंदर सिंह, जी मीडिया, चंडीगढ़। ਔਰਤਾਂ ਅਤੇ ਕੁੜੀਆਂ ਦੇ ਖਿਲਾਫ ਜਬਰ ਜ਼ੁਲਮ ਦੀਆਂ ਇਹ ਵਾਰਦਾਤਾਂ ਲਗਾਤਾਰ ਵੱਧਦੀਆਂ ਆ ਰਹੀਆਂ ਨੇ, ਪਰ ਕਾਨੂੰਨ ਵੀ ਜ਼ਰੂਰ ਬਣੇ ਹੋਏ ਨੇ ਅਤੇ ਇਹਨਾਂ ਕਾਨੂੰਨਾਂ ਦੀ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਆਪਣੇ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਵਾਜ਼ ਚੁੱਕੋ ਜ਼ੁਲਮ ਦੇ ਖਿਲਾਫ, ਤਾਂ ਹੀ ਉਸ ਦਾ ਹੱਲ ਨਿਕਲੇਗਾ। पर इस विचाले भी जरूरी है कि मामला अजिहा सामने आने तो बाद सख्त कार्रवाई होवे तो एक लिमिटेड पीरियड दे विच होवे, क्योंकि ये भी देखा जाता कि बहुत लंबे लंबे साल निकल जाते हैं तो मामले का निपटारा नहीं होता। खैर अगे बढ़ते हैं, अगली खबर का रुख करांगे तो अगली खबर जुड़ी हुई है खिडारियों के नाल। जी हाँ, देश के लिए कई मैडल जितने वाले पंजाब के साबका खिडारी अजकल सूबा सरकार तो नाराज ने। दुनिया च पंजाब का नाम रोशन करने वाले इस साबका खिडारी पिछले 1.5 साल तो अपने हक तो वांझे ने। ਇਹ ਉਹ ਮੈਡਲ ਨੇ ਜਿਨ੍ਹਾਂ ਨੇ ਪੰਜਾਬ ਅਤੇ ਦੇਸ਼ ਦਾ ਸਿਰ ਉੱਚਾ ਕੀਤਾ, ਜਿਨ੍ਹਾਂ ਨੇ ਮੁਲਕ ਦੀ ਸ਼ਾਨ ਨੂੰ ਚਾਰ ਚੰਨ ਲਾਏ ਅਤੇ ਇਹ ਮੈਡਲ ਮਿਲੇ ਨੇ ਇਨ੍ਹਾਂ ਖਿਡਾਰੀਆਂ ਦੀ ਬਦੌਲਤ, ਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਦੇ ਨਾਲ ਦੁਨੀਆ ਭਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ। ਪਰ ਅੱਜ ਇਹ ਖਿਡਾਰੀ ਨਿਰਾਸ਼ ਨੇ ਸਰਕਾਰ ਦੀਆਂ ਨੀਤੀਆਂ ਤੋਂ। ਇਨ੍ਹਾਂ ਖਿਡਾਰੀਆਂ ਦੇ ਮੁਤਾਬਕ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਸਰਕਾਰ ਡੰਗ ਟਪਾਊ ਨੀਤੀ ਅਪਣਾ ਰਹੀ ਹੈ। ओलंपिक ते एशियन खेडों में देश लई गोल्ड मैडल जितन वाले साबका हाकी खिडारी धर्म सिंह ते जगदीप सिंह के मुताबिक उन्होंने पंजाब सरकार तो मिलने वाली पेंशन 1.5 साल तो नहीं मिली है अते पेंशन की रकम भी उन्हां दीयां प्राप्तियां के मुताबिक बहुत थोड़ी है। पेंशनां जिहड़ियां साडीआं आ हुण 1.5 साल हो चलिया, जिहड़ी पंजाब गौरमेंट दिंदी पेंशन वो नहीं आउंदी। सेंटर गौरमेंट की साडी उसे वेले 30 तरीक नूं साडे अकाउंट विच आ जांदी है। ਸਾਨੂੰ ਗ੍ਰੀਵੈਂਸਿਸ ਸਰਕਾਰ ਨਾਲ ਸਿਰਫ ਇਹੀ ਆ ਵੀ ਇਸ ਵੇਲੇ ਜਿਹੜੀ ਇਹਨਾਂ ਨੇ ਪੈਨਸ਼ਨ ਲਾਈ ਹੋਈ ਆ ਉਹ ਬਹੁਤ ਥੋੜੀ ਆ, ਵਧਣੀ ਚਾਹੀਦੀ ਆ ਔਰ ਟਾਈਮ ਸਿਰ ਮਿਲਣੀ ਚਾਹੀਦੀ, ਜਿਹੜੀ ਕਿ ਨਹੀਂ ਮਿਲਦੀ। 1.5 ਸਾਲ ਤੱਕ ਪੈਨਸ਼ਨ ਨਹੀਂ ਮਿਲਦੀ। ਵਾਲੀਬਾਲ ਦੇ ਵਿੱਚ ਦੇਸ਼ ਦੀ ਅਗਵਾਈ ਕਰਨ ਵਾਲੇ ਨਰਿਪਜੀਤ ਸਿੰਘ ਨੇ ਕਿਹਾ ਕਿ 1.5 ਸਾਲ ਤੋਂ ਖਿਡਾਰੀਆਂ ਨੂੰ ਪੈਨਸ਼ਨ ਨਾ ਦੇਣਾ ਖਿਡਾਰੀਆਂ ਦੇ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖੀ ਨੂੰ ਦਰਸਾਉਂਦਾ ਹੈ, ਜਦਕਿ ਗੁਆਂਢੀ ਸੂਬਾ ਹਰਿਆਣਾ ਆਪਣੇ ਖਿਡਾਰੀਆਂ ਨੂੰ ਵੱਧ ਸਹੂਲਤਾਂ ਦੇ ਰਿਹਾ ਹੈ। ਸਾਡੇ ਮੁਕਾਬਲੇ ਨਾਲ ਦੀ ਸਟੇਟ ਜਿਹਦੇ ਸਪੋਰਟਸਮੈਨ ਬਹੁਤ ਘੱਟ ਹੁੰਦੇ ਸੀ, ਹਰਿਆਣਾ ਸਟੇਟ, ਉਹਨਾਂ ਦੀ ਸਪੋਰਟ ਸਾਡੇ ਨਾਲੋਂ ਬਹੁਤ ਜ਼ਿਆਦਾ ਉੱਪਰ ਆ ਗਈ ਹੈ। ਇਸ ਵਾਸਤੇ ਕਿ ਉੱਥੇ ਇਨਸੈਂਟਿਵ ਸਪੋਰਟਸ ਨੂੰ ਬਹੁਤ ਮਿਲ ਰਹੇ। ਕੁਸ਼ਤੀ ਦੇ ਵਿੱਚ ਕਈ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਅਤੇ ਪੰਜਾਬ ਦੇ ਡਾਇਰੈਕਟਰ ਸਪੋਰਟਸ ਰਹਿ ਚੁੱਕੇ ਪਹਿਲਵਾਨ ਕਰਤਾਰ ਸਿੰਘ ਨੇ ਵੀ ਸਰਕਾਰ ਦੇ ਰਵੱਈਏ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਸਟਮ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ ਤਾਂ ਜੋ ਖਿਡਾਰੀਆਂ ਨੂੰ ਸਮੇਂ ਸਿਰ ਪੈਨਸ਼ਨ ਮਿਲ ਸਕੇ। ਨਾ ਮਿਲਣੀ ਵੀ ਦੁੱਖ ਦੀ ਗੱਲ ਆ। ਜਿਹੜੇ ਸਾਡੇ ਓਲੰਪੀਅਨ ਪਹਿਲਵਾਨ ਆ, ਓਲੰਪੀਅਨ ਪਲੇਅਰ ਆ, ਉਹਨਾਂ ਨੂੰ 1000 ਰੁਪਈਆ ਤੇ ਜਿਹੜੇ ਏਸ਼ੀਆ ਕਾਮਨਵੈਲਥ ਦੇ ਪਾਰਟੀਸਪੇਸ਼ਨ ਵਾਲੇ ਆ ਉਹਨਾਂ ਨੂੰ 600 ਰੁਪਈਆ। ਬੜੇ ਦੁੱਖ ਦੀ ਗੱਲ ਆ ਕਿ ਪਲੇਅਰ ਇਦਾਂ ਪਾਲੇ ਜਾਂਦੇ ਆ। ਇਹਨਾਂ ਖਿਡਾਰੀਆਂ ਨੇ ਆਪਣੀ ਮਿਹਨਤ ਦੇ ਨਾਲ ਮੁਲਕ ਨੂੰ ਕਈ ਮਾਣ ਸਨਮਾਨ ਦਿਵਾ ਕੇ ਆਪਣਾ ਫਰਜ਼ ਅਤੇ ਡਿਊਟੀ ਪੂਰੀ ਕਰ ਦਿੱਤੀ ਹੈ। पर अज सरकार इन्हां साबका खिडारियों के प्रति अपनी ड्यूटी निभाउण तो असमर्थ नज़र आ रही है अते यही वजह कि इन्हां नूं अपनी निगूणी जी पेंशन लैण दे लई 1.5 साल तो इंतजार करना पै रहा है। राजीव वधवा, जी मीडिया, जलंधर। 1896 ਦੇ ਵਿੱਚ ਪਹਿਲੀ ਵਾਰ 올림픽ਸ ਹੋਈਆਂ ਸੀ ਤੇ 2016 ਦੇ ਵਿੱਚ ਵੀ ਹੋਣ ਜਾ ਰਹੀਆਂ ਨੇ।
ਲੰਬਾ ਵੇਲਾ ਹੈ। ਇਸ ਦੇ ਵਿੱਚ ਹਿੰਦੁਸਤਾਨ ਨੇ ਸਿਰਫ 26 ਮੈਡਲ ਆਪਣੇ ਨਾਮ ਕੀਤੇ ਨੇ। ਤੁਸੀਂ ਸਮਝ ਸਕਦੇ ਹੋ ਕਿ ਆਖਰ ਇਹ ਅੰਕੜਾ ਇੱਕ ਦਸ਼ਕ ਜਾਂ ਕਹੀਏ ਕਿ ਇੱਕ ਸਦੀ ਤੋਂ ਬਾਅਦ ਵੀ ਸਿਰਫ 26 ਦਾ ਕਿਉਂ ਹੈ, ਕਿਉਂਕਿ ਸਾਡੇ ਖਿਡਾਰੀ ਬਹੁਤ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਤੋਂ ਵੀ ਵਾਂਝੇ ਨੇ। ਬਿਲਕੁਲ ਗੌਰਵ, ਤੇ ਇਹਨਾਂ ਸਾਰੇ ਖਿਡਾਰੀਆਂ ਦੇ ਵਿੱਚ ਜਿਹੜਾ ਆંકੜਾ ਹੈ ਪੰਜਾਬ ਦੇ ਖਿਡਾਰੀਆਂ ਦਾ ਬਹੁਤ ਘੱਟ ਆਉਂਦਾ ਹੈ ਤੇ ਬਹੁਤ ਪਿੱਛੇ ਰਹਿ ਜਾਂਦੇ ਨੇ, ਪਰ ਵੱਡੀਆਂ ਮੱਲਾਂ ਜ਼ਰੂਰ ਮਾਰਦੇ ਨੇ। ਜਿੰਨੇ ਵੀ ਖਿਡਾਰੀਆਂ ਨੇ ਮਾਰੀਆਂ ਨੇ, ਅੱਜ ਉਹ ਸਿਰਫ ਤਰਸ ਰਹੇ ਨੇ ਕਿ ਉਹਨਾਂ ਨੂੰ ਪੈਨਸ਼ਨ ਮਿਲ ਜਾਵੇ ਤੇ ਉਡੀਕ ਪੈਨਸ਼ਨ ਦੀ ਹੋ ਰਹੀ ਹੈ ਤੇ ਇੱਕ ਪਾਸੇ ਉਡੀਕ ਮੁਆਵਜ਼ੇ ਦੀ ਵੀ ਹੋ ਰਹੀ ਹੈ। ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਪੂਰੀ ਖਬਰ ਦੱਸਦੇ ਹਾਂ। ਪੰਜਾਬ ਦੇ ਕਿਸਾਨ ਇੱਕ ਵਾਰ ਫਿਰ ਤੋਂ ਸਰਕਾਰ ਤੋਂ ਉਮੀਦ ਲਾਈ ਬੈਠੇ ਨੇ। ਫਾਜ਼ਿਲਕਾ ਦੇ ਕਿਸਾਨ ਸਿੰਜਾਈ ਦੇ ਲਈ ਪਾਣੀ ਨਾ ਮਿਲਣ ਤੋਂ ਪਰੇਸ਼ਾਨ ਨੇ, ਜਦਕਿ ਅਧਿਕਾਰੀ ਵੀ ਕੋਈ ਠੋਸ ਜਵਾਬ ਨਹੀਂ ਦੇ ਪਾ ਰਹੇ। ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਵਸੇ ਪਿੰਡਾਂ ਦੇ ਕਿਸਾਨ ਨਾ ਸਿਰਫ ਪਰੇਸ਼ਾਨ ਨੇ, ਬਲਕਿ ਸਰਕਾਰੀ ਲਾਪਰਵਾਹੀ ਨਾਲ ਖੁਦਕੁਸ਼ੀ ਨੂੰ ਵੀ ਮਜਬੂਰ ਨੇ। ਇਹ ਗੱਲ ਕਿਸੇ ਤੋਂ ਲੁਕੀ ਨਹੀਂ, ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਹੁਣ ਇੱਕ ਵਾਰ ਫਿਰ ਇਸ ਇਲਾਕੇ ਦੇ ਕਿਸਾਨ ਫਸਲਾਂ ਦੀ ਸਿੰਜਾਈ ਦੇ ਲਈ ਪਾਣੀ ਨਹੀਂ ਮਿਲਣ ਤੋਂ ਪਰੇਸ਼ਾਨ ਨੇ। हमने नरमे की बिजाई कर दी पर पानी नहीं आया, नरमा सड़ रहा है जी। तो इसलिए हमने पानी की रिक्वेस्ट है ज़्यादा, तो इस पर खर्चा आ गया कम से कम 7-8 हज़ार रुपये आ गए हैं। स्प्रे भी हमारी बीज भी और सब ऐसे गए हैं। और सरकार कह रही है कि मक्की बीजो, मक्की बीजे कहाँ, पानी तो है नहीं। 200 एकड़ नरमे की बिजाई की थी, जिस बिजाई पे 1 एकड़ पे कम से कम 5 से 6 हज़ार रुपये खर्चा आता है, वो हमने कर दी। सरकार की तरफ से 15 अप्रैल को नहर में पानी आना चाहिए, जो नहीं आया। इसकी वजह से आज हम अपनी फसल बाने के लिए मजबूर हैं। ਹਾਲਾਤ ਅਜਿਹੇ ਨੇ ਕਿ ਪਾਣੀ ਦੀ ਘਾਟ ਵਿੱਚ ਕਿਸਾਨ ਖੇਤਾਂ ਵਿੱਚ ਬੀਜੀ ਗਈ ਫਸਲ ਉੱਤੇ ਹੀ ਹਲ ਚਲਾਉਣ ਨੂੰ ਮਜਬੂਰ ਨੇ। ਉੱਥੇ ਪ੍ਰਸ਼ਾਸਨਿਕ ਅਫਸਰ ਪਾਣੀ ਦੀ ਕਮੀ ਦੀ ਸੱਚਾਈ ਨੂੰ ਤਾਂ ਮੰਨਦੇ ਨੇ, ਪਰ ਭਰੋਸੇ ਦੇ ਸਿਵਾਏ ਉਹਨਾਂ ਦੇ ਕੋਲ ਵੀ ਜ਼ਿਆਦਾ ਕੁਝ ਕਹਿਣ ਨੂੰ ਨਹੀਂ ਹੈ। ਇਸ ਟਾਈਮ ਅਜੇ ਤੱਕ ਸਾਡੇ ਕੋਲ ਈਟੀ ਲੈਵਲ ਤੇ ਥੱਲੇ ਹੀ ਹੈ, ਬਾਕੀ ਸਾਡਾ ਸਰਵੇ ਚੱਲ ਰਿਹਾ। ਦੇਖੋ ਜੀ, ਨਰਮੇ की ਬਿਜਾਈ 15 ਅਪ੍ਰੈਲ ਤੋਂ 15 ਮਈ ਤੱਕ ਹੈ, ਸਹੀ ਟਾਈਮ। ਉਸ ਤੋਂ ਲੇਟ ਬਿਜਾਈ ਤੇ ਬਿਮਾਰੀਆਂ ਦਾ ਹਮਲਾ ਹੋ ਸਕਦਾ ਹੈ। ਦਰਅਸਲ ਫਾਜ਼ਿਲਕਾ ਵਿੱਚ ਇਸ ਵਾਰ ਤਕਰੀਬਨ 31,000 ਹੈਕਟੇਅਰ ਦੀ ਜ਼ਮੀਨ ਉੱਤੇ ਨਰਮੇ ਦੀ ਫਸਲ ਦੀ ਬਿਜਾਈ ਹੋਈ ਹੈ, ਜਿਸ ਦੇ ਲਈ ਕਿਸਾਨਾਂ ਨੂੰ ਪਾਣੀ ਨਹੀਂ ਮਿਲ ਰਿਹਾ। ਪਿਛਲੇ ਸਾਲ ਇਹਨਾਂ ਕਿਸਾਨਾਂ ਨੂੰ ਸਫੇਦ ਮੱਖੀ ਦੀ ਵੀ ਮਾਰ ਝੱਲਣੀ ਪਈ ਸੀ, ਜੋ ਸੂਬੇ ਵਿੱਚ ਇੱਕ ਵੱਡਾ ਸਿਆਸੀ ਮੁੱਦਾ ਬਣਿਆ ਸੀ। ਸੁਨੀਲ ਨਾਗਪਾਲ, ਜ਼ੀ ਮੀਡੀਆ, ਫਾਜ਼ਿਲਕਾ। ਤਾਂ ਸੋਕਾ ਇੱਕ ਵੱਡੀ ਪਰੇਸ਼ਾਨੀ ਆਮ ਲੋਕਾਂ ਦੇ ਲਈ ਵੀ ਹੁੰਦਾ ਹੈ ਤੇ ਕਿਸਾਨ ਦੇ ਲਈ ਉਸ ਤੋਂ ਵੀ ਵੱਡੀ ਪਰੇਸ਼ਾਨੀ ਹੋ ਜਾਂਦੀ ਹੈ, ਕਿਉਂਕਿ ਅੰਨਦਾਤਾ ਦੇਸ਼ ਦਾ ਕਿਹਾ ਜਾਂਦਾ ਹੈ ਤੇ ਅੰਨਦਾਤਾ ਦੇ ਆਪਦੇ ਚੁੱਲ੍ਹੇ ਵੀ ਅੱਜ ਕੱਲ੍ਹ ਕਹੇ ਜਾਂਦੇ ਨੇ ਕਿ ਉਹ ਨਹੀਂ ਬਲ ਰਹੇ ਨੇ, ਸੁੱਕੇ ਪਏ ਨੇ। ਤੇ ਪਰ ਜਿਸ ਤਰ੍ਹਾਂ ਨਾਲ ਪਾਣੀ ਦੀ ਘਾਟ ਹੋ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚਿੰਤਾ ਜ਼ਾਹਰ ਕੀਤੀ ਸੀ ਕਿ ਪਾਣੀ ਬਚਾਓ ਤੇ ਫਸਲ ਦੇ ਲਈ ਕਿੰਨਾ ਜ਼ਰੂਰੀ ਹੈ, ਇਹ ਤੁਸੀਂ ਆਪ ਹੀ ਦੇਖ ਲਿਆ। ਪਰ ਇਸ ਮਾਮਲੇ ਦੇ ਵਿੱਚ ਇੰਦਰ ਇੱਕ ਇਹ ਵੀ ਚੀਜ਼ ਹੈ ਕਿ ਸਭ ਕੁਝ ਹੈ, ਨਹਿਰ ਹੈ ਜਾਂ ਕਹੀਏ ਕਿ ਜਿਹੜੇ ਸੂਏ ਹੁੰਦੇ ਨੇ ਉਹ ਨੇ ਪ੍ਰੋਪਰ, ਪਰ ਪਾਣੀ ਸਪਲਾਈ ਨਹੀਂ ਹੋ ਰਿਹਾ। ਸਿਰਫ ਗੇਟ ਖੋਲਣ ਦੀ ਦੇਰ ਹੈ। ਕਿਉਂ ਦੇਰ ਹੋ ਰਹੀ ਹੈ, ਇਹ ਵੀ ਇੱਕ ਵੱਡਾ ਸਵਾਲ ਬਣ ਚੁੱਕਿਆ ਹੈ। ਅੱਗੇ ਵਧਦੇ ਹਾਂ। ਵੈਸੇ ਕਿਸਾਨਾਂ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਦੀ ਜਿਹੜੀ ਅੱਜ ਉਹਨਾਂ ਦੇ ਹਾਲਾਤ ਨੇ ਉਸ ਦੀ ਗੱਲ ਹੁੰਦੀ ਹੈ ਤੇ ਬਹੁਤ ਜ਼ਿਆਦਾ ਚੰਗੇ ਨਹੀਂ ਕਹੇ ਜਾਂਦੇ। ਅਗਲੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਹੈ, ਪਰ ਚੰਗੀ ਖਬਰ ਹੈ। ਹਾਲਾਂਕਿ ਖਬਰ ਸ਼੍ਰੀਨਗਰ ਤੋਂ ਹੈ। ਜੀ ਹਾਂ, ਸ਼੍ਰੀਨਗਰ ਦਾ ਮੌਸਮ ਇਹਨਾਂ ਦਿਨੀ ਸਟ੍ਰਾਬੇਰੀ ਦੀ ਖੇਤੀ ਕਰਨ ਵਾਲਿਆਂ ਉੱਤੇ ਖਾਸ ਮਿਹਰਬਾਨ ਹੈ, ਜਿਸ ਨਾਲ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨੇ। ਵਾਦੀ ਦੇ ਖੇਤਾਂ ਵਿੱਚ ਇਹਨਾਂ ਦਿਨੀ ਖੂਬਸੂਰਤ ਸਟ੍ਰਾਬੇਰੀ ਦੀ ਰੌਣਕ ਵੇਖਦੀ ਹੀ ਬਣਦੀ ਹੈ। ਦਰਅਸਲ ਸਟ੍ਰਾਬੇਰੀ ਦੀ ਖੇਤੀ ਦੇ ਲਈ ਇਹਨਾਂ ਦਿਨੀ ਵਾਦੀਆਂ ਦੇ ਵਿੱਚ ਮੌਸਮ ਵੀ ਮਿਹਰਬਾਨ ਹੈ, ਜਿਸ ਨਾਲ ਸਟ੍ਰਾਬੇਰੀ ਦੀ ਬੰਪਰ ਫਸਲ ਦੀ ਉਮੀਦ ਵੱਧ ਗਈ ਹੈ। ਆਪਣੀ ਲਹਿਰਾਉਂਦੀ ਫਸਲ ਨੂੰ ਦੇਖ ਕੇ ਉਤਪਾਦਕਾਂ ਅਤੇ ਵਪਾਰੀਆਂ ਦੇ ਵੀ ਚਿਹਰੇ ਖਿੜ ਉੱਠੇ ਨੇ। हाँ अल्हम्दुलिल्लाह इस साल स्ट्रॉबेरी बहुत ही अच्छी है और मौसम भी ठीक है पिछले साल के मुकाबले में। पिछले साल ज़्यादा बारिशें हो गई और उस क्रॉप जो था वो ख़राब हो गया और थोड़ी उसका जो ईल्ड था वो निकला, मगर इस साल हमें लगता है कि ठीक ही निकलेगा इंशाअल्लाह ताला। अगर ऐसा ही मौसम रहा, थोड़ी उसकी जो मौसम होना चाहिए वो होना मॉडरेट, ज़्यादा गर्म नहीं होना चाहिए और न ज़्यादा सर्दी। जो ये क्रॉप है ये अर्ली स्टेज में तैयार होती है बाकी मेवों के बनस्बत, और इस साल भी शुक्र अल्लाह का कि जो इस साल क्रॉप निकला है वो अच्छी तरह से निकला है और उसमें अल्लाह ताला के फजल करम से उसमें बरकत हुई है कि पिछले साल के बनस्बत। ਕਸ਼ਮੀਰ ਸਣੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੱਡੀ ਮਾਤਰਾ ਦੇ ਵਿੱਚ ਸਟ੍ਰਾਬੇਰੀ ਦੇ ਇਲਾਵਾ ਸੇਬ, ਚੇਰੀ, ਅਖਰੋਟ, ਪਲਮ ਅਤੇ ਅਨਾਰ ਦੀ ਖੇਤੀ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਦੇਸ਼ ਦੇ ਇਲਾਵਾ ਵਿਦੇਸ਼ਾਂ ਵਿੱਚ ਵੀ ਡਿਮਾਂਡ ਹੈ। ਇਸ ਵਾਰ ਕਿਸਾਨਾਂ ਦੇ ਵਧੀਆ ਮੁਨਾਫੇ ਦੇ ਆਸਾਰ ਬਣ ਰਹੇ ਨੇ। ये जो स्ट्रॉबेरी है ये हम एज अ कैश क्रॉप भी यूज़ करते हैं
जो फार्मर्स अगर डाइवर्सिफिकेशन के लिए जाते भी हैं, इनका इंटरक्रॉपिंग के लिए भी यूज़ करते हैं। अगर किसी को एप्पल का ऑर्चर्ड लगाया हुआ है तो वो इंटरक्रॉप करते हैं स्ट्रॉबेरी से, ताकि जब तक वो एप्पल उसका फ्रूट दे दे तब तक ये अपने जो स्ट्रॉबेरी है उससे अपना इनकम जनरेट कर सकते हैं। ਕਿਸਾਨਾਂ ਨੂੰ ਉਮੀਦ ਹੈ ਕਿ ਇਸ ਵਾਰ ਮੌਸਮ ਵਧੀਆ ਹੋਣ ਦੀ ਵਜ੍ਹਾ ਨਾਲ ਪਿਛਲੇ ਸਾਲ ਦੇ ਮੁਕਾਬਲੇ ਵਧੀਆ ਪੈਦਾਵਾਰ ਹੋਏਗੀ, ਜਿਸ ਨਾਲ ਨਾ ਸਿਰਫ ਉਹਨਾਂ ਨੂੰ ਫਾਇਦਾ ਹੋਏਗਾ ਬਲਕਿ ਸੂਬੇ ਦੇ ਅਰਥਚਾਰੇ ਨੂੰ ਵੀ ਮਜ਼ਬੂਤੀ ਮਿਲੇਗੀ। ਬਿਊਰੋ ਰਿਪੋਰਟ, ਜ਼ੀ ਮੀਡੀਆ, ਸ਼੍ਰੀਨਗਰ। ਜਿਹੜਾ ਸਟ੍ਰਾਬੇਰੀ ਦੀ ਫਸਲ ਹੈ, ਖਬਰ ਸ਼੍ਰੀਨਗਰ ਤੋਂ ਸੀ, ਪਰ ਕਿਸਾਨਾਂ ਦੇ ਲਈ ਚੰਗੀ ਖਬਰ ਸੀ ਕਿ ਉੱਥੇ ਘੱਟੋ ਘੱਟ ਸ਼੍ਰੀਨਗਰ ਦੇ ਵਿੱਚ ਇਸ ਵਾਰੀ ਮੌਸਮ ਮਿਹਰਬਾਨ ਹੋਇਆ ਤੇ ਚੰਗੀ ਖਬਰ ਕਿਸਾਨਾਂ ਦੇ ਲਈ ਆਈ ਹੈ ਸਟ੍ਰਾਬੇਰੀ ਦੀ ਫਸਲ ਤੋਂ। ਬਿਲਕੁਲ, ਤੇ ਇੱਕ ਚੰਗੀ ਖਬਰ ਉਹਨਾਂ ਲੋਕਾਂ ਦੇ ਲਈ ਵੀ ਹੈ ਗੌਰਵ, ਜਿਹੜੇ ਲੋਕ ਅਕਸਰ ਹਵਾਈ ਸਫ਼ਰ ਕਰਦੇ ਨੇ। ਕੁਝ ਨਿਯਮਾਂ 'ਚ ਬਦਲਾਅ ਹੋਇਆ ਜਿਸ ਨਾਲ ਉਹਨਾਂ ਨੂੰ ਲਾਹਾ ਮਿਲੇਗਾ, ਦੱਸਦੇ ਆ ਤੁਹਾਨੂੰ।